कि ਜਿਹੜਾ ਵੀ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ, ਜਿਹੜਾ ਵੀ ਬੰਦਾ ਪੰਜਾਬ ਦੀ ਕਿਸਾਨੀ ਦੀ ਗੱਲ ਕਰੂਗਾ, ਉਹਨੂੰ ਗੋਦੀ ਮੀਡੀਆ, ਸੰਘੀ, ਇਹ ਜਿਹੜਾ ਸਾਰਾ ਸਿਸਟਮ ਆ ਉਹ ਖਾਲਿਸਤਾਨੀ ਪ੍ਰਚਾਰ ਰਿਹਾ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਨੇ ਦਲਜੀਤ ਦੋਸਾਂਝ ਨੂੰ ਵਧਾਈਆਂ ਦਿੱਤੀਆਂ ਟਵਿੱਟਰ ਦੇ ਉੱਤੇ। ਉਹਨਾਂ ਦੇ ਹੇਠਾਂ ਵੀ ਆਹੀ ਗੱਲ ਸੀ ਕਿ ਤੁਸੀਂ ਗਦਾਰ ਹੋ, ਤੁਸੀਂ ਖਾਲਿਸਤਾਨੀ ਹੋ। ਦਲਜੀਤ ਦੋਸਾਂਝ ਨੇ ਕਿਸਾਨ ਮੋਰਚੇ ਦੀ ਗੱਲ ਕੀਤੀ, ਉਹ ਖਾਲਿਸਤਾਨੀ ਹੋ ਗਿਆ, ਦੇਸ਼ ਧਰੋਹੀ ਹੋ ਗਿਆ। ਤਾਂ ਕੈਪਟਨ ਅਮਰਿੰਦਰ ਸਿੰਘ ਸਫਾਈ ਦੇਣ ਲਈ ਆਏ ਬਾਹਰ। ਉਹ ਕਹਿੰਦੇ ਵੀ ਜਿਹੜਾ ਪਰਚਾ ਦਰਜ ਕੀਤਾ ਗਿਆ, ਜੋ ਗ੍ਰਿਫਤਾਰੀ ਹੋਈ ਹੈ ਸ਼੍ਰੀ ਬਰਾੜ ਦੀ, ਉਹ ਬਿਲਕੁਲ ਸਹੀ ਹੋਈ ਆ। ਅਸੀਂ ਕਿਸੇ ਨੂੰ ਵੀ ਇਜਾਜ਼ਤ ਨਹੀਂ ਦੇਵਾਂਗੇ ਕਿ ਉਹ ਇਸ ਤਰ੍ਹਾਂ ਗੀਤਾਂ ਦੇ ਵਿੱਚ ਹਿੰਸਾ ਜਿਹੜੀ ਆ ਫੈਲਾਵੇ। ਇਹ ਗੱਲ ਕਿਤੇ ਨਾ ਕਿਤੇ ਜਾਇਜ਼ ਲੱਗਦੀ ਹੈ ਕਿ ਪੰਜਾਬ ਦੇ ਗਾਇਕਾਂ 'ਤੇ ਸਿੱਧੇ ਤਰੀਕੇ ਦੇ ਨਾਲ ਦਬਾਅ ਬਣਾਉਣ ਦੇ ਵਾਸਤੇ ਇਹ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਕਿ ਤੁਸੀਂ ਕਿਸਾਨ ਮੋਰਚੇ ਨਾਲ ਸੰਬੰਧਿਤ ਗਾਣੇ ਨਾ ਗਾਓ। ਇਹਦੇ ਨਾਲ ਹੀ ਇੱਕ ਪਟੀਸ਼ਨ ਸੁਪਰੀਮ ਕੋਰਟ ਵਿੱਚ ਇਹ ਵੀ ਪਾਈ ਗਈ ਸੀ ਕਿ ਜਿਹੜੇ EVM ਮਸ਼ੀਨਸ ਆ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਆ, ਇਹਨਾਂ ਦੀ ਵਰਤੋਂ ਭਾਰਤ ਵਿੱਚ ਰੋਕੀ ਜਾਵੇ। ਇੱਕ ਵਾਰ ਫਿਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਰੀ ਤੋਂ। ਸਰੀ ਦੇ ਵਿੱਚ ਅੱਜ ਵੱਡੇ ਤੜਕੇ ਗੋਲੀਆਂ ਚੱਲੀਆਂ, ਫਿਰ ਜਿਹੜੀਆਂ ਕਿ ਸਾਲ 2021 ਦੀਆਂ ਪਹਿਲੀਆਂ ਗੋਲੀਆਂ ਚੱਲੀਆਂ ਕਹਿ ਸਕਦੇ ਹਾਂ, ਜਿਹਦੇ ਵਿੱਚ ਕਿਸੇ ਦੀ ਮੌਤ ਹੋਈ ਹੈ। ਮਰਨ ਵਾਲੇ ਦਾ ਨਾਂ ਗੈਰੀ ਕੰਗ ਦੱਸਿਆ ਗਿਆ, ਜਿਹੜਾ ਕਿ ਇੱਕ ਨਾਮਵਰ ਗੈਂਗਸਟਰ ਸੀ, ਜਿਸ ਦੇ ਉੱਤੇ ਕਈ ਮੁਕੱਦਮੇ ਚੱਲ ਰਹੇ ਸੀਗੇ। ਹਾਲ ਹੀ ਦੇ ਵਿੱਚ ਉਹਦੀ ਜ਼ਮਾਨਤ ਹੋਈ ਸੀਗੀ ਇਹਨਾਂ ਮੁਕੱਦਮਿਆਂ ਦੇ ਵਿੱਚ, ਅਤੇ ਉਹ ਬਾਹਰ ਆਇਆ ਸੀਗਾ। ਅਤੇ ਸਰੀ ਦੇ ਵਿੱਚ ਜਿਹੜਾ ਕਿ ਇੱਕ ਪੋਸ਼ ਇਲਾਕਾ ਹੈ ਮੋਰਗਨ ਹਾਈਟਸ, ਜਿੱਥੇ ਕਿ ਬਹੁਤ ਅਮੀਰ ਲੋਕ ਵੱਸਦੇ ਆ, ਉੱਥੇ ਉਹਨਾਂ ਦੇ ਮਾਪਿਆਂ ਦੇ ਘਰ ਦੇ ਬਾਹਰ ਇਹ ਵਾਰਦਾਤ ਜਿਹੜੀ ਆ ਉਹ ਅੱਜ ਸਵੇਰੇ 160 ਐਵਨਿਊ ਅਤੇ 160 ਸਟਰੀਟ ਅਤੇ 30 ਐਵਨਿਊ ਦੇ ਲਾਗੇ ਵਾਪਰੀ ਆ, ਸਵੇਰੇ 5 ਵਜੇ ਦੇ ਕਰੀਬ। ਅਤੇ ਗੈਰੀ ਕੰਗ ਦਾ ਜਿਹੜਾ ਵੱਡਾ ਭਰਾ ਰੈਂਡੀ ਕੰਗ, ਉਹਨੂੰ ਅਕਤੂਬਰ 2017 ਦੇ ਵਿੱਚ ਸਰੀ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀਗਾ। ਗੈਰੀ ਕੰਗ 'ਤੇ ਵੀ ਹਮਲਾ ਹੋਇਆ ਸੀਗਾ, ਪਰ ਉਸਦੀ ਉਸ ਵੇਲੇ ਜਾਨ ਜਿਹੜੀ ਆ ਉਹ ਬਚ ਗਈ ਸੀ। ਕੰਗ ਬ੍ਰਦਰਜ਼ ਵੱਲੋਂ ਮਸ਼ਹੂਰ ਵੈਨਕੂਵਰ ਤੋਂ ਸ਼ੁਰੂ ਹੋਏ ਇਹ ਗੈਂਗਸਟਰ ਜਿਹੜੇ ਆ ਕਾਫੀ ਲੰਮਾ ਸਮਾਂ ਇਹਨਾਂ ਦਾ ਪੁਲਿਸ ਵੀ ਇਹਨਾਂ ਦਾ ਪਿੱਛਾ ਕਰ ਰਹੀ ਸੀਗੀ, ਅਤੇ ਆਪਸੀ ਗੈਂਗਵਾਰ ਜਿਹੜੀ ਆ ਉਹ ਵੀ ਚੱਲ ਰਹੀ ਸੀ। ਬੇਸ਼ੱਕ ਕਿਸੇ ਵੇਲੇ ਕੰਗ ਬ੍ਰਦਰਜ਼ ਅਤੇ ਜਿਹੜਾ ਬ੍ਰਦਰ ਕੀਪਰ ਗੈਂਗ ਆ, ਇਹਨਾਂ ਦੀ ਆਪਸ ਦੇ ਵਿੱਚ ਏਕਤਾ ਸੀਗੀ, ਇਕੱਠੇ ਕੰਮ ਕਰਦੇ ਸੀ। ਪਰ 2017 ਦੇ ਵਿੱਚ ਰੈਂਡੀ ਕੰਗ ਦੇ ਕਤਲ ਤੋਂ ਬਾਅਦ ਇਹ ਜ਼ਿਆਦਾ ਕਰਕੇ ਜਿਹੜਾ ਰੈੱਡ ਸਕੋਰਪੀਅਨ ਗੈਂਗ ਦੇ ਲਾਗੇ ਚਲੇ ਗਏ ਸੀਗੇ। ਉਸ ਤੋਂ ਬਾਅਦ ਦੇ ਵਿੱਚ ਪੰਜਾਬੀ ਮੁੰਡਿਆਂ ਦੀ ਆਪਸੀ ਗੈਂਗਵਾਰ ਜਿਹੜੀ ਆ ਚੱਲਦੀ ਰਹੀ, ਜਿਹਦੇ ਵਿੱਚ ਕਦੀ ਕੰਗ ਬ੍ਰਦਰਜ਼ ਨਾਲ ਸੰਬੰਧਿਤ ਜਿਹੜੇ ਆ ਮੁੰਡੇ ਮਰਦੇ ਰਹੇ, ਅਤੇ ਕਦੀ ਬ੍ਰਦਰ ਕੀਪਰ ਗੈਂਗ ਦੇ ਮੁੰਡੇ ਮਰਦੇ ਰਹੇ। ਬ੍ਰਦਰ ਕੀਪਰ ਗੈਂਗ ਸ਼ੁਰੂ ਕਰਨ ਵਾਲੇ ਗਵਿੰਦਰ ਗਰੇਵਾਲ ਦਾ ਨਾਰਥ ਵੈਨਕੂਵਰ ਦੀ ਇੱਕ ਅਪਾਰਟਮੈਂਟ 'ਚ ਹੋਇਆ ਕਤਲ ਵੀ ਇਸੇ ਸੰਬੰਧ ਵਿੱਚ ਹੋਇਆ ਦੱਸਿਆ ਜਾਂਦਾ। ਸੋ ਦੋਵੇਂ ਭਰਾ ਰੈਂਡੀ ਕੰਗ ਅਤੇ ਗੈਰੀ ਕੰਗ ਜਿਹੜੇ ਆ, ਉਹਨਾਂ ਦਾ ਹੁਣ ਕਤਲ ਹੋ ਚੁੱਕਾ ਆ। ਸੋ ਪੁਲਿਸ ਜਿਹੜੀ ਆ ਉਹ ਕਹਿੰਦੀ ਹੈ ਵੀ ਅਸੀਂ ਹੋਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਪਰ ਹੁੰਦਾ ਕੀ ਹੈ ਇਹਨਾਂ ਮਾਮਲਿਆਂ ਦੇ ਵਿੱਚ, ਅੱਜ ਤੱਕ ਕੱਟੇ ਦੇਖਣ ਨੂੰ ਮਿਲਿਆ ਕਿ ਕਦੀ ਕਿਸੇ ਨੂੰ ਸਜ਼ਾ ਹੋਈ ਹੋਵੇ। ਇੰਨਾ ਜ਼ਰੂਰ ਲੋਕ ਕਹਿੰਦੇ ਰਹਿੰਦੇ ਆ ਕਿ ਗੈਂਗਸਟਰ ਜਿਹੜੇ ਉਹ ਆਪੇ ਇੱਕ ਦੂਜੇ ਨੂੰ ਮਾਰ ਕੇ ਖਤਮ ਹੋ ਰਹੇ ਆ, ਅਤੇ ਪੁਲਿਸ ਨੂੰ ਕੁਝ ਕਰਨਾ ਜਿਹੜਾ ਆ ਉਹ ਨਹੀਂ ਪੈਂਦਾ। ਪਰ ਜਦੋਂ ਕਿਸੇ ਅਣਭੋਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਵਿੱਚ, ਜਾਂ ਜਿਹੜਾ ਕੋਈ ਨਵਾਂ ਐਂਟਰ ਹੋਇਆ ਹੁੰਦਾ ਜਾਂ ਹਲੇ ਹੋ ਰਿਹਾ ਹੁੰਦਾ ਉਹਦੀ ਮੌਤ ਹੁੰਦੀ ਹੈ, ਤਾਂ ਉਦੋਂ ਕਾਫੀ ਜਿਹੜਾ ਆ ਸਦਮਾ ਲੱਗਦਾ। ਪਰ ਗੱਲ ਫਿਰ ਉੱਥੇ ਵੀ ਆਉਂਦੀ ਹੈ, ਚਾਹੇ ਗੈਂਗਸਟਰ ਮਰਦੇ ਆ, 24 ਸਾਲਾਂ ਦਾ ਨੌਜਵਾਨ ਲੜਕਾ ਮਰ ਜਾਣਾ, ਕਿਹੜੇ ਹਾਲਾਤ ਹੋਣਗੇ ਜਿਹੜੇ ਇਹਨਾਂ ਨੇ ਇਸ ਗੈਂਗ ਵਾਲੇ ਜੀਵਨ ਨੂੰ ਚੁਣਿਆ, ਇਹਨਾਂ ਦੇ ਬਾਰੇ ਵੀ ਚਰਚਾ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਕਿ ਕਿਸੇ ਹੋਰ ਘਰ ਦਾ ਜਿਹੜਾ ਨੌਜਵਾਨ ਆ ਇਸ ਤਰ੍ਹਾਂ ਆਪਣੀ ਜਾਨ ਨਾ ਗਵਾਵੇ, ਉਹਦੀ ਜਾਨ ਜਿਹੜੀ ਆ ਉਹ ਗੋਲੀ ਨਾਲੋਂ ਸਸਤੀ ਹੋ ਜਾਵੇ। ਅਜਿਹਾ ਨਹੀਂ ਹੋਣਾ ਚਾਹੀਦਾ। ਅਮਰੀਕਾ ਲੈ ਕੇ ਚੱਲਦੇ ਹਾਂ ਤੁਹਾਨੂੰ ਹੁਣੇ ਵਾਸ਼ਿੰਗਟਨ DC, ਜਿੱਥੋਂ ਕਿ ਡੈਮੋਕ੍ਰੇਸੀ ਨੂੰ ਬਹੁਤ ਵੱਡੇ ਖਤਰੇ ਦੀਆਂ ਖਬਰਾਂ ਆ ਰਹੀਆਂ। ਅਮਰੀਕਾ ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡੀ ਸੁਪਰ ਪਾਵਰ ਕਿਹਾ ਜਾਂਦਾ, ਅਤੇ ਜਦੋਂ ਤੋਂ ਇਲੈਕਸ਼ਨਸ ਅਨਾਊਂਸ ਹੋਈਆਂ ਉਦੋਂ ਤੋਂ ਹੀ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀਗੀਆਂ ਕਿ ਜਿਸ ਹਿਸਾਬ ਦੇ ਨਾਲ ਰਾਸ਼ਟਰਪਤੀ ਟਰੰਪ ਦਾ ਸੁਭਾਅ ਆ, ਇੰਨਾ ਸੌਖਾ ਨਹੀਂ ਹੋਣਾ ਕਿ ਉਹ ਕੁਰਸੀ ਛੱਡ ਕੇ ਪਰੇ ਹੋ ਜਾਣਗੇ। ਸੋ ਉਹੀ ਗੱਲਾਂ ਜਿਹੜੀਆਂ ਹੁਣ ਵਾਰ-ਵਾਰ ਸਾਹਮਣੇ ਆ ਰਹੀਆਂ। ਉਹਨਾਂ ਦੀ ਭਤੀਜੀ ਨੇ ਆਪਣੀ ਕਿਤਾਬ ਦੇ ਵਿੱਚ ਵੀ ਲਿਖਿਆ ਸੀਗਾ, ਇਹ ਗੱਲ ਕਹੀ ਸੀਗੀ ਕਿ ਤੁਸੀਂ ਦੇਖਿਓ ਜਦੋਂ ਇਹਨਾਂ ਨੂੰ ਕੁਰਸੀ ਛੱਡਣੀ ਪੈਣੀ ਹੈ ਉਦੋਂ ਹਾਲ ਕੀ ਹੋਣਾ, ਅਤੇ ਉਹ ਗੱਲਾਂ ਲਗਭਗ ਸੱਚ ਪ੍ਰਤੀਤ ਹੋ ਰਹੀਆਂ। ਇਲੈਕਸ਼ਨਾਂ ਤੋਂ ਪਹਿਲਾਂ ਬਹੁਤ ਨੀਵੇਂ ਪੱਧਰ ਦੇ ਉੱਤੇ ਜਾ ਕੇ ਜਿਹੜੀ ਆ ਉਹ ਇੱਕ ਬਿਆਨਬਾਜ਼ੀ ਹੋਈ, ਬਹੁਤ ਕੁਝ ਉਹ ਦੇਖਣ ਸੁਣਨ ਨੂੰ ਮਿਲਿਆ ਜੋ ਕਦੀ ਅਮਰੀਕਾ ਦੇ ਇਤਿਹਾਸ ਵਿੱਚ ਅਜਿਹਾ ਨਹੀਂ ਹੋਇਆ ਸੀਗਾ। ਇੱਕ ਵੰਡੀਆਂ ਪਾਉਣ ਵਾਲੀ ਜਿਹੜੀ ਰਾਜਨੀਤੀ ਆ ਉਹ ਕੀਤੀ ਗਈ, ਕਾਲੇ ਗੋਰੇ ਨੂੰ ਆਪਸ ਵਿੱਚ ਵੰਡ ਦਿੱਤਾ ਗਿਆ, ਰੰਗਦਾਰ ਲੋਕ ਇੱਕ ਪਾਸੇ ਕਰ ਦਿੱਤੇ ਗਏ, ਇੱਕ ਵਾਈਟ ਸੁਪਰਮੇਸੀ ਵਾਲਾ ਜਿਹੜਾ ਆ ਉਹ ਪੱਤਾ ਖੇਡਿਆ ਗਿਆ। ਉਸ ਤੋਂ ਬਾਅਦ ਵਿੱਚ ਇਲੈਕਸ਼ਨ ਹੋਈ
ਜਿਨ੍ਹਾਂ ਲੋਕਾਂ ਨੇ ਕਦੀ ਵੋਟ ਨਹੀਂ ਸੀ ਪਾਈ, ਘਰੋਂ ਨਿਕਲੇ ਨਹੀਂ ਸੀ, ਉਹਨਾਂ ਲੋਕਾਂ ਨੇ ਵੀ ਜਾ ਵੋਟਾਂ ਪਾਈਆਂ। ਟਰੰਪ ਦੀ ਹਾਰ ਹੋਈ, ਪਰ ਉਹ ਹਾਰ ਤੋਂ ਹੀ ਮੁਨਕਰ ਹੋ ਗਏ। ਉਹ ਕਹਿੰਦੇ ਵੀ ਇਲੈਕਸ਼ਨ ਜਿਹੜੀ ਉਹ ਰਿਗਡ ਆ, ਮਤਲਬ ਕਿ ਹੇਰਾਫੇਰੀ ਹੋਈ ਆ, ਮੈਂ ਤਾਂ ਹਾਰਿਆ ਹੀ ਨਹੀਂ ਹੈਗਾ। ਸੋ ਫਿਰ ਵੀ ਸੀਟਾਂ ਦਾ ਜਿਹੜਾ ਫਰਕ ਹੈ ਉਹੀ ਇੰਨਾ ਵੱਧ ਗਿਆ ਕਿ ਜਿੱਤ ਜਿਹੜੀ ਆ ਉਹ ਮੰਨਣੀ ਪੈਣੀ ਸੀ ਬਾਈਡਨ ਹੋਣਾ ਦੀ। ਅੱਜ ਸੈਨੇਟ ਦੇ ਵਿੱਚ ਵੀ ਜਿਹੜੇ ਡੈਮੋਕ੍ਰੇਟਿਕ ਆ, ਜੋ ਬਾਈਡਨ ਹੋਣਾ ਦੀ ਆ ਮੈਜੋਰਟੀ ਹੋ ਗਈ ਆ। ਅਤੇ ਹੁਣ ਜਦੋਂ ਟਰੰਪ ਸੱਤਾ ਛੱਡਣ ਦੇ ਲਾਗੇ ਆ ਰਹੇ ਆ, 20 ਜਨਵਰੀ ਨੂੰ ਉਹਨਾਂ ਨੂੰ ਇਹ ਸੱਤਾ ਛੱਡਣੀ ਪੈਣੀ ਆ। ਅਤੇ ਇੱਕ ਪ੍ਰੋਟੈਸਟ ਜਿਹੜਾ ਆ ਉਹ ਸਿੱਧੇ ਤਰੀਕੇ ਦੇ ਨਾਲ ਵਾਸ਼ਿੰਗਟਨ DC ਦੇ ਵਿੱਚ ਕੈਪੀਟਲ ਬਿਲਡਿੰਗ ਦੇ ਸਾਹਮਣੇ ਜਿਹੜਾ ਆ ਉਹ ਸੱਦਿਆ ਗਿਆ, ਜਿਹਨੂੰ ਖੁਦ ਰਾਸ਼ਟਰਪਤੀ ਟਰੰਪ ਨੇ ਸੰਬੋਧਨ ਕੀਤਾ। ਇਹਦੇ ਵਿੱਚ ਜੇ ਤੁਸੀਂ ਨਿਗਾਹ ਮਾਰਦੇ ਹੋ ਤਾਂ ਬਹੁਤੇ ਲੋਕ ਜਿਹੜੇ ਆ ਉਹ ਗੋਰੇ ਭਾਈਚਾਰੇ ਦੇ ਨਾਲ ਸੰਬੰਧਿਤ ਸੀਗੇ। ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਪ੍ਰੋਟੈਸਟਰ ਜਿਹੜੇ ਹਿੰਸਕ ਹੋਏ ਆ, ਉੱਥੇ ਜਿਹੜੀ ਪੁਲਿਸ ਸੀਗੀ, ਫੋਰਸਿਸ ਸੀ, ਉਹਨਾਂ ਨੇ ਝੜਪਾਂ ਕੀਤੀਆਂ, ਅੰਦਰ ਚਲੇ ਗਏ, ਕੈਪੀਟਲ ਬਿਲਡਿੰਗ ਤੋਂ ਅੰਦਰ ਜਾ ਕੇ ਗਾਹਾਂ ਸੈਨੇਟ ਦੇ ਵਿੱਚ ਚਲੇ ਗਏ, ਸੈਨੇਟਰਾਂ ਦੇ ਦਫ਼ਤਰਾਂ ਵਿੱਚ ਚਲੇ ਗਏ, ਜਿੱਥੇ ਵੱਡੇ ਅਹੁਦੇਦਾਰ ਬਹਿੰਦੇ ਆ, ਉੱਥੋਂ ਬਹਿ ਸੈਲਫੀਆਂ ਖਿਚਾ ਫੋਟੋਆਂ ਜਿਹੜੀਆਂ ਆ ਉਹ ਪਾ ਰਹੇ ਆ। ਹੁਣ ਦੁਨੀਆ ਜਿਹੜੀ ਆ ਉਹ ਦੇਖ ਰਹੀ ਹੈ ਸਾਰਾ ਕੁਛ ਕਿ ਕੀ ਜਿਹੜਾ ਇਹ ਡੈਮੋਕ੍ਰੇਸੀ ਦਾ ਅੰਤ ਹੋਇਆ। ਜਿਸ ਹਿਸਾਬ ਦੇ ਭਾਰਤ ਦੇ ਵਿੱਚ ਹਾਲਾਤ ਬਣੇ ਹੋ ਰਹੇ ਆ, ਜਿਸ ਹਿਸਾਬ ਦੇ ਅਮਰੀਕਾ ਦੇ ਵਿੱਚ ਹਾਲਾਤ ਬਣੇ ਹੋਏ ਆ, ਇੰਗਲੈਂਡ ਦੇ ਵਿੱਚ ਬੋਰਿਸ ਜੌਨਸਨ ਜਿਹੋ ਜਿਹੀਆਂ ਗੱਲਾਂ ਕਰ ਰਹੇ ਆ, ਚੀਨ ਜਿਹੋ ਜਿਹੀਆਂ ਗੱਲਾਂ ਕਰ ਰਿਹਾ, ਨਾਰਥ ਕੋਰੀਆ ਗੱਲਾਂ ਕਰ ਰਿਹਾ, ਰਾਜਨੀਤੀ ਜਾ ਕਿੱਧਰ ਨੂੰ ਰਹੀ ਆ। ਇਹ ਜਿਹੜੀ ਗੱਲ ਕਹਿੰਦੇ ਨੇ ਵੀ ਲੋਕਤੰਤਰ ਆ, ਉਹ ਤਾਂ ਜਿੱਤ ਹਾਰ ਜਿਹੜੀ ਕਬੂਲ ਕਰਨੀ ਪੈਂਦੀ ਆ, ਇਹ ਅਜਿਹਾ ਹੋ ਕਿਉਂ ਨਹੀਂ ਰਿਹਾ। ਅਤੇ ਲੋਕ ਜਿਹੜੇ ਇਸ ਗੱਲ ਵਿੱਚ ਇਹ ਵੀ ਦੇਖ ਰਹੇ ਆ ਕਿ ਜਿੱਦਣ ਭਾਰਤ ਦੇ ਵਿੱਚ ਮੋਦੀ ਨੂੰ ਕੂਚ ਕਰਨਾ ਪੈਣਾ, ਕੁਰਸੀ ਛੱਡਣੀ ਪੈਣੀ ਆ, ਉਦੋਂ ਸ਼ਾਇਦ ਹਾਲਾਤ ਜਿਹੜੇ ਆ ਉਹ ਜਿਵੇਂ ਅੱਜ ਟਰੰਪ ਹੁਣੀ ਛੱਡਣ ਕੇ ਜਾ ਰਹੇ ਆ, ਇੱਦੋਂ ਵੀ ਭੈੜੇ ਹੋਣਗੇ। ਹਾਲ ਦੀ ਘੜੀ ਜਿਹੜੀ ਆ ਖਬਰਾਂ ਵਾਸ਼ਿੰਗਟਨ DC ਤੋਂ ਆ ਰਹੀਆਂ, ਉਹਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਕਰਫਿਊ ਲਾਇਆ ਜਾ ਰਿਹਾ। ਸ਼ਾਮ ਨੂੰ 6 ਵਜੇ ਤੋਂ ਲੈ ਕੇ ਦੂਜੀ ਸਵੇਰ 6 ਵਜੇ ਤੱਕ ਦਾ ਕਰਫਿਊ ਜਿਹੜਾ ਆ ਉਹ ਵਾਸ਼ਿੰਗਟਨ DC ਦੇ ਮੇਅਰ ਵੱਲੋਂ ਅਨਾਊਂਸ ਕੀਤਾ ਗਿਆ ਆ, ਤਾਂ ਕਿ ਜਿਹੜੇ ਇਹ ਮੁਜ਼ਾਹਰਾਕਾਰੀ ਆ ਉਹ ਕਾਬੂ ਕੀਤੇ ਜਾ ਸਕਣ। ਅਤੇ ਪਰ ਜਿਸ ਹਿਸਾਬ ਦੇ ਨਾਲ ਤਸਵੀਰਾਂ ਆ ਰਹੀਆਂ, ਵੀਡੀਓਜ਼ ਆ ਰਹੀਆਂ ਆ, ਉਸ ਹਿਸਾਬ ਦੇ ਨਾਲ ਅਮਰੀਕੀ ਲੋਕਤੰਤਰ ਦੀ, ਅਮਰੀਕੀ ਡੈਮੋਕ੍ਰੇਸੀ ਦੀ, ਅਮਰੀਕੀ ਕਦਰਾਂ ਕੀਮਤਾਂ ਦੀ ਅੱਜ ਵੱਡੀ ਹਾਰ ਹੁੰਦੀ ਜਿਹੜੀ ਆ ਉਹ ਪ੍ਰਤੀਤ ਹੋ ਰਹੀ ਆ। ਅਮਰੀਕਨ ਲੋਕ ਬਹੁਤ ਚਿੰਤਾ ਦੇ ਵਿੱਚ ਨੇ ਕਿ ਉਹਨਾਂ ਦੇ ਮੁਲਕ ਦਾ ਜੋ ਅਕਸ ਦੁਨੀਆ ਦੇ ਵਿੱਚ ਬਣਿਆ ਹੋਇਆ, ਟਰੰਪ ਅਤੇ ਉਸ ਦੀ ਸੋਚ ਦੇ ਲੋਕ ਜਿਹੜੇ ਆ ਉਸਨੂੰ ਬਹੁਤ ਵੱਡੀ ਹਿੱਟ ਕਰ ਰਹੇ ਆ, ਥੱਲੇ ਲਿਜਾ ਰਹੇ ਆ। ਅਤੇ ਇਹ ਵੀ ਡਰ ਪ੍ਰਗਟਾਇਆ ਜਾ ਰਿਹਾ ਵੀ ਜਿਸ ਹਿਸਾਬ ਦੀ ਹਿੰਸਾ ਅੱਜ ਵਾਸ਼ਿੰਗਟਨ DC 'ਚ ਦੇਖਣ ਨੂੰ ਮਿਲ ਰਹੀ ਆ, ਕੀ ਕਿਤੇ ਮਿਡ ਵੈਸਟ ਜਿੱਥੇ ਕਿ ਜ਼ਿਆਦਾ ਲੋਕ ਟਰੰਪ ਦੇ ਸਪੋਰਟਰ ਆ, ਰਿਪਬਲਿਕਨ ਪਾਰਟੀ ਦੇ ਸਪੋਰਟਰ ਆ, ਉਹ ਅਜਿਹਾ ਤਾਂ ਨਹੀਂ ਕਰਨਗੇ। ਹਾਲਾਂਕਿ ਰਿਪਬਲਿਕਨ ਪਾਰਟੀ ਦੇ ਕੁਝ ਵੱਡੇ ਆਗੂਆਂ ਨੇ ਵੀ ਅੱਜ ਆਪਣੇ ਆਪ ਨੂੰ ਟਰੰਪ ਤੋਂ ਇੱਕ ਤਰ੍ਹਾਂ ਦੇ ਨਾਲ ਪਾਸੇ ਕਰ ਲਿਆ। ਜਦੋਂ ਮਾਈਕ ਪੈਂਸ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਸੀਗੇ, ਉਹਨਾਂ ਨੇ ਵੀ ਟਰੰਪ ਦੀ ਗੱਲ ਮੰਨਣ ਤੋਂ ਨਾਂਹ ਕਰ ਦਿੱਤੀ। ਪਰ ਫਿਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਉੱਤੇ ਨਿਗਾਹ ਰੱਖਣੀ ਪੈਣੀ ਆ ਫੋਰਸਿਸ ਨੂੰ ਕਿ ਕੋਈ ਹਾਲਾਤ ਜਿਹੜੇ ਆ ਮਾੜੇ ਨਾ ਹੋ ਸਕਣ। ਇਸ ਦੇ ਨਾਲ ਹੀ ਗੱਲ ਕਰਦੇ ਹਾਂ ਪੰਜਾਬੀ ਗਾਇਕੀ ਦੀ। ਪੰਜਾਬੀ ਗਾਇਕੀ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਹੈ, ਕਦੇ ਕਿਸੇ ਕਾਰਨ ਕਰਕੇ, ਕਦੇ ਕਿਸੇ ਕਾਰਨ ਕਰਕੇ। ਪਰ ਹੁਣ ਕਿਸਾਨੀ ਮੋਰਚੇ ਦੇ ਨਾਲ ਸੰਬੰਧਿਤ ਪੰਜਾਬੀ ਗਾਇਕਾਂ ਨੇ ਅਜਿਹਾ ਜਿਹੜਾ ਕਹਿ ਲਓ ਗੀਤ ਰਚੇ ਆ ਅਜਿਹੇ, ਜਿਹਨਾਂ ਕਰਕੇ ਉਹਨਾਂ ਦੀ ਬੜੀ ਸ਼ਲਾਘਾ ਹੋ ਰਹੀ ਆ। ਅਤੇ ਜੇ ਆਪਾਂ ਇਹ ਗੱਲ ਕਹਿ ਲਈਏ ਕਿ ਕੁਝ ਗੀਤਾਂ ਦੇ ਕਰਕੇ ਕਿਸਾਨ ਮੋਰਚੇ ਨੂੰ ਵੱਡਾ ਹੁੰਗਾਰਾ ਮਿਲਿਆ, ਜਿਨ੍ਹਾਂ ਦੇ ਵਿੱਚ ਕਨਵਰ ਗਰੇਵਾਲ, ਹਰਫ ਚੀਮਾ, ਹਿੰਮਤ ਸੰਧੂ ਜਾਂ ਹੋਰ ਨੌਜਵਾਨ ਜਿਨ੍ਹਾਂ ਨੇ ਬਹੁਤ ਵਧੀਆ ਜੈਜ਼ੀ ਵੀ ਗੀਤ ਗਾਏ, ਜਿਨ੍ਹਾਂ ਨੇ ਨੌਜਵਾਨੀ ਨੂੰ ਜਿਹੜਾ ਆ ਉਹ ਉਤਸ਼ਾਹ ਦਿੱਤਾ ਅਤੇ ਉਹ ਬੈਰੀਕੇਡ ਪੱਟ ਕੇ ਸਾਰੇ ਦਿੱਲੀ ਪਹੁੰਚੇ ਆ। ਹੁਣ ਕੀ ਹੋ ਰਿਹਾ ਕਿ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ, ਦਲਜੀਤ ਦੋਸਾਂਝ ਦਾ ਮੈਂ ਨਾਂ ਲੈਣਾ ਭੁੱਲ ਗਿਆ, ਦਲਜੀਤ ਦੋਸਾਂਝ ਹੁਣਾਂ ਨੇ ਜਿਸ ਹਿਸਾਬ ਸਪੋਰਟ ਕੀਤੀ ਆ ਕਿਸਾਨ ਮੋਰਚੇ ਦੀ, ਉਹਨੂੰ ਲੈ ਕੇ ਉਹ ਪਹਿਲੇ ਦਿਨ ਤੋਂ ਨਿਸ਼ਾਨਾ ਬਣੇ ਹੋਏ ਆ। ਕੰਗਣਾ ਰਣੌਤ ਹੋਣ ਜਾਂ ਸੰਘੀ IT ਸੈੱਲ ਹੋਵੇ, ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਆ। ਅੱਜ ਵੀ ਜਦੋਂ ਦਲਜੀਤ ਦੋਸਾਂਝ ਦਾ ਜਨਮ ਦਿਨ ਸੀਗਾ ਅਤੇ ਉੱਥੇ ਇੱਕ ਹੈਸ਼ਟੈਗ ਸੰਘੀ IT ਸੈੱਲ ਵੱਲੋਂ ਦਲਜੀਤ ਦੋਸਾਂਝ ਖਾਲਿਸਤਾਨੀ ਕੁੱਤੇ ਚਲਾਇਆ ਗਿਆ, ਬਹੁਤ ਵੱਡੀ ਪੱਧਰ ਦੇ ਉੱਤੇ ਉਹਨੂੰ ਪ੍ਰਚਾਰਿਆ ਗਿਆ, ਜਿਹਦੇ ਉਲਟ ਫਿਰ ਦਲਜੀਤ ਦੋਸਾਂਝ ਦੇ ਹਮਾਇਤੀਆਂ ਵੱਲੋਂ ਹੈਪੀ ਬਰਥਡੇ ਦਲਜੀਤ ਦੋਸਾਂਝ ਚਲਾਇਆ ਗਿਆ, ਜਿਹੜਾ ਕਿ ਭਾਜਪਾ ਦੇ IT ਸੈੱਲ ਨੂੰ ਬਹੁਤ ਵੱਡੀ ਪੱਧਰ 'ਤੇ ਮਾਤ ਪਾ ਗਿਆ। ਪਰ ਗੱਲ ਕੀ ਆ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ, ਜਿਹੜਾ ਵੀ ਬੰਦਾ ਪੰਜਾਬ ਦੀ ਕਿਸਾਨੀ ਦੀ ਗੱਲ ਕਰੂਗਾ, ਉਹਨੂੰ ਗੋਦੀ ਮੀਡੀਆ, ਸੰਘੀ ਅਤੇ ਜਿਹੜਾ ਸਾਰਾ ਸਿਸਟਮ ਆ ਉਹ ਖਾਲਿਸਤਾਨੀ ਪ੍ਰਚਾਰ ਰਿਹਾ। ਇੱਥੇ ਬਸ ਨਹੀਂ, ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਨੇ ਦਲਜੀਤ ਦੋਸਾਂਝ ਨੂੰ ਵਧਾਈਆਂ ਦਿੱਤੀਆਂ ਟਵਿੱਟਰ ਦੇ ਉੱਤੇ। ਉਹਨਾਂ ਦੇ ਹੇਠਾਂ ਵੀ ਆਹੀ ਗੱਲ ਸੀਗੀ ਕਿ ਤੁਸੀਂ ਗਦਾਰ ਹੋ, ਤੁਸੀਂ ਖਾਲਿਸਤਾਨੀ ਹੋ। ਸੋ ਇਸ ਗੱਲ ਕਰਕੇ ਕਿ ਦਲਜੀਤ ਦੋਸਾਂਝ ਨੇ ਕਿਸਾਨ ਮੋਰਚੇ ਦੀ ਗੱਲ ਕੀਤੀ, ਉਹ ਖਾਲਿਸਤਾਨੀ ਹੋ ਗਿਆ, ਦੇਸ਼ ਧਰੋਹੀ ਹੋ ਗਿਆ, ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵਧਾਈਆਂ ਦੇ ਦਿੱਤੀਆਂ ਦਲਜੀਤ ਦੋਸਾਂਝ ਨੂੰ ਜਨਮ ਦਿਨ ਦੀਆਂ, ਇਸ ਕਰਕੇ ਉਹ ਖਾਲਿਸਤਾਨੀ ਹੋ ਗਿਆ, ਦੇਸ਼ ਧਰੋਹੀ ਹੋ ਗਿਆ। ਇਹ ਇੱਕ ਪੈਮਾਨਾ ਜਿਹੜਾ ਆ ਭਾਰਤ ਦੇ ਵਿੱਚ ਰਾਸ਼ਟਰਵਾਦੀ ਜਿਹੜੇ ਆ ਉਹ ਬਣਾ ਰਹੇ ਆ, ਅਤੇ ਬਹੁਤ ਸਾਰੇ ਲੋਕ ਉਹਨਾਂ ਦੇ ਮਗਰ ਲੱਗ ਰਹੇ ਆ।
इसे तरह एक होर गायक पंजाब का श्री बराड़, वैसे उसका नाम पवनदीप सिंह आ, तो श्री जिहड़ा आ वैसे आप तो रिस्पैक्ट लिए ला दिंदे अगे किसी के नाम ही, ਇਹਨੇ ਨਾਂ ही अपना श्री बराड़ रखा होया। इस मुंडे ने एक जिहड़ा किसान एंथम नाम का गाना लिखिया जिहदे विच अड्ड अड्ड गायकों ने आवाज़ दी, इहने भी नाल शमूलीयत की। किसान मोर्चे नूं प्रमोट करदा है गीत दिसंबर च रिलीज़ किया गया, बड़ी इहदी शलाघा हुई। पर इस एक नौजवान ने एक गीत पहलां गाया होया सी जिसका नाम सी जान, जिस विच बारबी मान नाम की गायिका दे नाल इहने ਇਹ गीत रल के गाया ਸੀਗਾ। ਉਸ ਦੇ ਵਿੱਚ ਕੁਝ ਸੀਨ ਜਿਹੜੇ ਅਜਿਹੇ ਦੱਸੇ ਗਏ ਆ ਜਿਹੜੇ ਕਿ ਕਹਿੰਦੇ ਵੀ ਹਿੰਸਾ ਨੂੰ ਭੜਕਾਉਂਦੇ ਆ, ਪੰਜਾਬ ਪੁਲਿਸ ਨੂੰ ਨਿਸ਼ਾਨਾ ਬਣਾਉਂਦੇ ਆ। ਇਸ ਕਰਕੇ ਜੀ ਇਸ ਗਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉੱਤੇ ਤਸ਼ੱਦਦ ਕੀਤਾ ਗਿਆ। ਜਦੋਂ ਇਹ ਖਬਰਾਂ ਬਾਹਰ ਆਈਆਂ ਲੋਕਾਂ ਨੇ ਇਤਰਾਜ਼ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਸਫਾਈ ਦੇਣ ਲਈ ਆਏ ਬਾਹਰ। ਉਹ ਕਹਿੰਦੇ ਵੀ ਜਿਹੜਾ ਪਰਚਾ ਦਰਜ ਕੀਤਾ ਗਿਆ, ਜੋ ਗ੍ਰਿਫਤਾਰੀ ਹੋਈ ਹੈ ਸ਼੍ਰੀ ਬਰਾੜ ਦੀ, ਉਹ ਬਿਲਕੁਲ ਸਹੀ ਹੋਈ ਆ। ਅਸੀਂ ਕਿਸੇ ਨੂੰ ਵੀ ਇਜਾਜ਼ਤ ਨਹੀਂ ਦੇਵਾਂਗੇ कि वो इस तरह गीतों के हिंसा जी फैलावे जिस दे नाल सूबे दे विच माहौल जिहड़ा वो गड़बड़ा सकता है। हुण जिहो जिहे गाने करके श्री बराड़ नूं अज फड़िया गया आ, जे उहो जिहे गाने लभणे होण तां सारे ही लगभग वड्डे गायकां दे बहुतिआं दे जिहड़े वो लभ जाणगे। तो जे अजे गाणिਆਂ करके गिरफ्तारियां करनियां पईआं तां मैनूं लगदा अद्धी पंजाबी संगीत इंडस्ट्री, अद्धी पंजाबी फिल्म इंडस्ट्री जिहड़ी आ उहदे उत्ते परचे हो जाणगे। तो पर श्री बराड़ नूं जिहड़ा निशाना बनाया गया ਉਹਦੇ ਪਿੱਛੇ ਵੱਡੀ ਗੱਲ ਇਹ ਨਹੀਂ ਕਿ ਉਹਨੇ ਗੈਂਗ ਹਿੰਸਾ ਦੇ ਬਾਰੇ ਕੋਈ ਗੱਲਬਾਤ ਕੀਤੀ ਆ। ਜੇ ਗੈਂਗ ਹਿੰਸਾ ਦੇ ਬਾਰੇ ਗੱਲਬਾਤ ਕਰਕੇ ਹੀ ਫੜਨੇ ਹੁੰਦੇ ਫਿਰ ਮੈਨੂੰ ਜਿਵੇਂ ਮੈਂ ਕਿਹਾ ਵੀ ਅੱਧੇ ਗਾਇਕ ਫੜ ਹੋ ਜਾਣੇ ਸੀਗੇ। ਪਰ ਸ਼੍ਰੀ ਬਰਾੜ ਨੂੰ ਸਮਝਿਆ ਇਹ ਜਾ ਰਿਹਾ ਕਿ ਕੈਪਟਨ ਵੱਲੋਂ ਜਿਹੜੇ ਕਿ ਤੁਣਕੇ ਵੱਜ ਰਹੇ ਆ ਭਾਜਪਾ ਦੀ ਸਾਈਡ ਤੋਂ, ਅਮਿਤ ਸ਼ਾਹ ਵੱਲੋਂ ਜਿਹੜੇ ਇਸ਼ਾਰੇ ਮਿਲ ਰਹੇ ਆ ਕਿ ਇਹ ਗਾਇਕ ਜਿਹੜੇ ਨੇ ਇਹ ਕਿਸਾਨੀ ਮੋਰਚੇ ਨੂੰ ਭਗਾ ਰਹੇ ਆ, ਇਹਨਾਂ ਦੇ ਉੱਤੇ ਨੱਥ ਪਾਓ। ਉਸ ਵਾਸਤੇ ਇਸ਼ਾਰਾ ਮਾਤਰ ਕਾਰਵਾਈ ਕਰਨ ਦੇ ਵਾਸਤੇ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਕੀਤੀ ਗਈ ਆ, ਉਹਦੇ ਉੱਤੇ ਤਸ਼ੱਦਦ ਕੀਤਾ ਗਿਆ। ਵਰਨਾ ਜਿਹੜਾ ਇਹ ਮਾਮਲਾ ਸੀਗਾ ਇਹ ਨਵੰਬਰ ਦੇ ਵਿੱਚ ਉਹਦਾ ਗਾਣਾ ਰਿਲੀਜ਼ ਹੋਇਆ ਸੀਗਾ, ਉਸ ਤੋਂ ਬਾਅਦ ਦਸੰਬਰ ਵਿੱਚ ਉਹਦਾ ਕਿਸਾਨ ਐਂਥਮ ਹੋਇਆ ਤੇ ਹੁਣ ਗ੍ਰਿਫਤਾਰੀ ਚੱਕ ਕੇ ਜਨਵਰੀ ਦੇ ਵਿੱਚ ਕੀਤੀ ਜਾਂਦੀ ਆ। ਸੋ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਜਿਹੜੇ ਆ ਉਹ ਭਾਜਪਾ ਦਾ ਜਿਹੜਾ ਡਰ ਆ ਉਹ ਕਬੂਲ ਕੇ ਉਹਨਾਂ ਵੱਲੋਂ ਦਿੱਤੇ ਜਾ ਰਹੇ ਆਦੇਸ਼ ਕਬੂਲ ਕੇ ਅੱਜ ਅਕਾਲੀ ਦਲ ਨੇ ਦੋਸ਼ ਵੀ ਲਾਇਆ ਕਿ ਅਮਿਤ ਸ਼ਾਹ ਦੇ ਆਦੇਸ਼ਾਂ ਨੂੰ ਮੰਨ ਰਹੇ ਆ ਕੈਪਟਨ ਅਮਰਿੰਦਰ ਸਿੰਘ, ਤਾਂ ਕਰਕੇ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਹੋਈ ਆ। ਸੋ ਇਹ ਗੱਲ ਕਿਤੇ ਨਾ ਕਿਤੇ ਜਾਇਜ਼ ਲੱਗਦੀ ਹੈ ਕਿ ਪੰਜਾਬ ਦੇ ਗਾਇਕਾਂ 'ਤੇ ਸਿੱਧੇ ਤਰੀਕੇ ਦੇ ਨਾਲ ਦਬਾਅ ਬਣਾਉਣ ਦੇ ਵਾਸਤੇ ਇਹ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਕਿ ਤੁਸੀਂ ਕਿਸਾਨ ਮੋਰਚੇ ਨਾਲ ਸੰਬੰਧਿਤ ਗਾਣੇ ਨਾ ਗਾਓ। मेरा हमेशा ही स्टैंड रहा कि गीतों के गैंग हिंसा गन कल्चर जोड़ा वैलीपुणा फुकरपुणा नहीं प्रमोट होना चाहिए। पर नाल दी नाल गल ये भी है कि फिर जी ये जो पैमाना है सारिਆਂ ਦੇ ਉੱਤੇ ਇੱਕੋ ਜਿਹਾ होना चाहिए, ना कि सिर्फ एक गायक ਨੂੰ निशाना बनाया जाए, वो भी वो गायक जिसने मोहरी भूमिका किसान मोर्चे ਦੇ ਵਿੱਚ गाना लिख के निभाई होवे जी। सो इस दे नाल ही पंजाब दे विच चंगा भी बहुत हो रहा। पंजाब तो सपोर्ट जिहड़ी बड़ी वड्डी पद्धर दे उत्ते वो पुज रही है दिल्ली किसान मोर्चे लई। कोई वर्ग आ, चाहे वह पढ़िया लिखिया आ नहीं पढ़िया आ, कोई मजदूर आ, कोई होर काम करदा, उहदी कोशिश है कि मैं किसी न किसी तरीके विचों समा कढ के दिल्ली किसान मोर्चे दे उत्ते जाके सेवा निभा के आवां, मिल के आवां, अपनी हाज़री जिहड़ी आ एक तीर्थ वांगू आ मनदे उन्होंने लोग, उत्थे लवा के आवां। सो पंजाब दीआं वख-वख नेत्रहीन जथेबंदियां ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਵਿੱਚ ਰਹਿੰਦੇ ਜਿਹੜੇ ਨੇਤਰਹੀਣ ਨੇ ਉਹਨਾਂ ਨੂੰ ਸਾਂਭਦੇ ਜਿਹੜੇ ਕਰਮਚਾਰੀ ਨੇ ਜਿਹੜੇ ਕਿ ਨੇਤਰਹੀਣ ਨਹੀਂ ਹੈਗੇ, ਉਹਨਾਂ ਵੱਲੋਂ ਰਲ ਮਿਲ ਕੇ ਇੱਕ ਮਾਰਚ ਕਿਸਾਨ ਮੋਰਚੇ ਦੇ ਵਾਸਤੇ ਜਿਹੜਾ ਆ ਉਹ ਕੱਢਿਆ ਗਿਆ। ਕੋਟਕਪੂਰਾ ਤੋਂ ਫਰੀਦਕੋਟ 15 ਕਿਲੋਮੀਟਰ ਲੰਮਾ ਮਾਰਚ ਇਹ ਜਿਹੜਾ ਰੋਸ ਮਾਰਚ ਸੀ, ਪੈਦਲ ਰੋਸ ਮਾਰਚ, ਇਹ ਉਲੀਕਿਆ ਗਿਆ ਤੇ ਅਖੀਰ ਜਾ ਕੇ ਡੀਸੀ ਫਰੀਦਕੋਟ ਦੇ ਦਫ਼ਤਰ ਦੇ ਵਿੱਚ ਭਰਮੀ ਨਾਅਰੇਬਾਜ਼ੀ ਦੇ ਵਿੱਚ ਇਹ ਮੰਗ ਕੀਤੀ ਗਈ ਕਿ ਜਿਹੜੇ ਕਾਲੇ ਕਾਨੂੰਨ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਆ, ਇਹ ਕਿਸਾਨ ਵਿਰੋਧੀ ਕਾਨੂੰਨ ਆ, ਇਹ ਲੋਕ ਵਿਰੋਧੀ ਕਾਨੂੰਨ ਆ, ਇਹ ਵਾਪਸ ਹੋਣੇ ਚਾਹੀਦੇ ਆ। ਇਸ ਮੌਕੇ ਕਿਹੋ ਜਿਹਾ ਮਾਹੌਲ ਸੀ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ, ਇੱਕ ਵੀਡੀਓ ਦਿਖਾਉਂਦੇ ਹਾਂ ਤੁਹਾਨੂੰ। हरियाणा प्रशासन मुर्दाबाद 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 हरियाणा प्रशासन मुर्दाबाद 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 शहीद किसान जिंदाबाद 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 शहीद किसान जिंदाबाद 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 शहीद किसान जिंदाबाद 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 मोदी योगी मुर्दाबाद 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 मोदी हटाओ देश बचाओ देश बचाओ देश बचाओ मोदी हटाओ देश बचाओ देश बचाओ देश बचाओ। तो डूब मरो डूब मरो डूब मरो शर्म नहीं तो डूब मरो डूब मरो डूब मरो बात तो तुमको करनी होगी वरना करनी भरनी होगी बात तो तुमको करनी होगी वरना करनी भरनी होगी। प्राइम मिनिस्टर होश में आओ होश में आओ होश में आओ प्राइम मिनिस्टर होश में आओ होश में आओ होश में आओ केंद्र सरकार होश में आओ होश में आओ होश में आओ होश
में आकर बात करो, बात करो, बात करो, काले कानून रद्द करो, रद्द करो, रद्द करो, काले कानून रद्द करो। रद्द। ਤੁਸੀਂ ਇਹ ਦੇਖੀ ਹੈ ਵੀਡੀਓ ਨੇਤਰਹੀਣਾਂ ਦਾ ਕੋਟਕਪੂਰੇ ਤੋਂ ਫਰੀਦਕੋਟ ਵੱਲ ਨੂੰ ਕੀਤਾ ਗਿਆ ਮਾਰਚ ਅਤੇ ਫਿਰ ਡੀਸੀ ਫਰੀਦਕੋਟ ਨੂੰ ਦਿੱਤਾ ਗਿਆ ਮੰਗ ਪੱਤਰ। ਇਹ ਦਿਖਾਉਂਦੀ ਹੈ ਕਿ ਕਿਸ ਕਦਰ ਲੋਕਾਂ ਦੇ ਵਿੱਚ ਹੁਣ ਕਿਸਾਨ ਮੋਰਚੇ ਦੇ ਵਾਸਤੇ ਜਜ਼ਬਾਤ ਬਣੇ ਹੋਏ ਆ ਤੇ ਉਹ ਰਲ ਕੇ ਕੁਝ ਕਰਨਾ ਚਾਹੁੰਦੇ ਆ। ਇਸੇ ਦੌਰਾਨ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਕੁਝ ਪਟੀਸ਼ਨਾਂ ਪਾਈਆਂ ਹੋਈਆਂ, ਉਹਦੀ ਆਪਾਂ ਗੱਲ ਕਰਦੇ ਹਾਂ। ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਕਿਸਾਨ ਅੰਦੋਲਨ ਸੰਬੰਧੀ ਕੁਝ ਪਟੀਸ਼ਨਾਂ ਚੱਲੀਆਂ ਹੋਈਆਂ, ਜਿਨ੍ਹਾਂ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਇਸ ਅੰਦੋਲਨ ਨੂੰ ਜਿਹੜਾ ਦਬਾਇਆ ਜਾਵੇ। ਕੁਛ ਨੇ ਮੰਗ ਇਹ ਕੀਤੀ ਹੈ ਵੀ ਜਿਹੜੇ ਕਾਨੂੰਨ ਪਾਸ ਕੀਤੇ ਹੋਏ ਆ ਇਹ ਗੈਰ ਸੰਵਿਧਾਨਕ ਆ। ਤੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਨੇ ਮਿਸਟਰ ਥੋਬੜੇ ਨੇ ਜਾਂ ਹੋਰ, ਉਹਨਾਂ ਨੇ ਅੱਜ ਇਹ ਗੱਲ ਕੀਤੀ ਹੈ ਕਿ ਕਿਉਂਕਿ ਮਾਮਲਾ ਜਿਹੜਾ ਹਜੇ ਗੱਲਬਾਤ ਰਾਹੀਂ ਹੱਲ ਹੋ ਰਿਹਾ, ਸਰਕਾਰ ਜਿਹੜੀ ਆ ਬਕਾਇਦਾ ਗੱਲਾਂ ਬਾਤਾਂ ਕਰ ਰਹੀ ਹੈ ਕਿਸਾਨਾਂ ਦੇ ਨਾਲ, ਸੋ ਅਸੀਂ ਇਹ ਪਟੀਸ਼ਨ ਹੁਣ ਸੁਣਨ ਦੀ ਬਜਾਏ 6 ਜਨਵਰੀ ਨੂੰ ਸੁਣਨ ਦੀ ਬਜਾਏ 4-5 ਦਿਨ ਹੋਰ ਉਡੀਕ ਕਰਨੀ ਚਾਹੁੰਦੇ ਹਾਂ। ਅਸੀਂ 11 ਜਨਵਰੀ ਨੂੰ ਇਹ ਸੁਣਾਂਗੇ। ਸਾਨੂੰ ਉਮੀਦ ਹੈ ਕਿ ਜਿਸ ਹਿਸਾਬ ਦੇ ਨਾਲ ਸਰਕਾਰ ਅਤੇ ਕਿਸਾਨ ਆਗੂ ਗੱਲਬਾਤ ਕਰ ਰਹੇ ਆ, ਕੋਈ ਪੋਜ਼ੀਟਿਵ ਰਿਜ਼ਲਟ ਜਿਹੜਾ ਨਿਕਲ ਆਊਗਾ। ਸੁਪਰੀਮ ਕੋਰਟ ਨੂੰ ਇਹਦੇ ਵਿੱਚ ਦਖਲ ਦੇਣ ਦੀ ਜਿਹੜੀ ਲੋੜ ਆ ਉਹ ਨਹੀਂ ਪੈਣੀ। ਸੋ ਇਸ ਤੋਂ ਇੱਕ ਗੱਲ ਤਾਂ ਇਹ ਵੀ ਕਲੀਅਰ ਹੁੰਦੀ ਹੈ ਕਿ ਸੁਪਰੀਮ ਕੋਰਟ ਕਿਤੇ ਨਾ ਕਿਤੇ ਤਿਆਰ ਬੈਠੀ ਹੈ ਦਖਲ ਦੇਣ ਨੂੰ। ਸਰਕਾਰ ਜਦੋਂ ਇਸ਼ਾਰਾ ਦਊਗੀ ਤਾਂ ਨਾਲੇ ਸੁਪਰੀਮ ਕੋਰਟ ਜਿਹੜੀ ਆ ਉਹ ਵੀ ਕੁਛ ਨਾ ਕੁਛ ਕਰਨ ਨੂੰ ਤਿਆਰ ਹੋ ਜਾਣੀ ਆ। ਕਿਸਾਨ ਆਗੂ ਨੂੰ ਇਸ ਪਾਸੇ ਵੀ ਸੋਚਣ ਦੀ ਲੋੜ ਆ ਕਿ ਇਹ ਜਿਹੜਾ ਲੀਗਲ ਪ੍ਰੋਸਪੈਕਟ ਆ, ਇਹ ਤੋਂ ਆਪਾਂ ਕਿਵੇਂ ਬਚਣਾ ਆ ਜੇ ਸੁਪਰੀਮ ਕੋਰਟ ਕੁਝ ਅਜਿਹਾ ਫੈਸਲਾ ਲੈਂਦੀ ਆ, ਜਾਂ ਇਹਨੂੰ ਆਪਾਂ ਕਿਵੇਂ ਰੋਕਣਾ ਕਿ ਸੁਪਰੀਮ ਕੋਰਟ ਵਿੱਚ ਦਖਲ ਹੀ ਨਾ ਦੇ ਸਕੇ। ਇਸ ਦੇ ਨਾਲ ਹੀ ਇੱਕ ਪਟੀਸ਼ਨ ਸੁਪਰੀਮ ਕੋਰਟ ਵਿੱਚ ਇਹ ਵੀ ਪਾਈ ਗਈ ਸੀ ਕਿ ਜਿਹੜੇ EVM ਮਸ਼ੀਨਸ ਆ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਆ, ਇਹਨਾਂ ਦੀ ਵਰਤੋਂ ਭਾਰਤ ਵਿੱਚ ਰੋਕੀ ਜਾਵੇ। ਜਿਵੇਂ ਬਹੁਤੀ ਦੁਨੀਆ ਦੇ ਵਿੱਚ ਬੈਲਟ ਪੇਪਰ ਦੇ ਨਾਲ ਚੋਣਾਂ ਪੈਂਦੀਆਂ ਹੁੰਦੀਆਂ, ਕਰਵਾਈਆਂ ਜਾਂਦੀਆਂ, ਉਸੇ ਤਰੀਕੇ ਦੇ ਨਾਲ ਭਾਰਤ ਵਿੱਚ ਵੀ ਹੋਵੇ। EVM ਦੇ ਵਿੱਚ ਘਪਲਾ ਹੁੰਦਾ, ਇਸੇ ਕਰਕੇ ਭਾਜਪਾ ਜਿਹੜੀ ਵਾਰ-ਵਾਰ ਜਿੱਤ ਰਹੀ ਹੈ। ਪਰ ਸੁਪਰੀਮ ਕੋਰਟ ਨੇ ਪਟੀਸ਼ਨ ਸੁਣਨ ਤੋਂ ਹੀ ਨਾ ਕਰ ਦਿੱਤੀ। ਉਹ ਕਹਿੰਦੇ ਜਾਇਜ਼ ਗੱਲ ਨਹੀਂ ਜਾਪਦੀ। ਦੂਜੀ ਗੱਲ ਜਿਹੜੀ ਆ ਕਿ ਪਹਿਲਾਂ ਹਾਈ ਕੋਰਟ ਦੇ ਵਿੱਚ ਜਾਓ, ਹਾਈ ਕੋਰਟ ਦੇ ਵਿੱਚ ਕੇਸ ਜਿੱਤ ਕੇ ਆਓ ਜਾਂ ਹਾਰ ਕੇ ਆਓ, ਉਸ ਤੋਂ ਬਾਅਦ ਦੇ ਵਿੱਚ ਸੁਪਰੀਮ ਕੋਰਟ ਵਿੱਚ ਗੱਲ ਆਊਗੀ, ਫਿਰ ਅਸੀਂ ਜਿਹੜੀ ਇਹਦੀ ਸੁਣਵਾਈ ਕਰਾਂਗੇ। ਸੋ ਸੁਪਰੀਮ ਕੋਰਟ ਜਿਹੜੀ ਆ ਉਹਨੇ ਨਾ ਕਰ ਦਿੱਤੀ ਆ ਸੁਣਵਾਈ ਕਰਨ ਤੋਂ ਇਸ ਪਟੀਸ਼ਨ ਦੇ ਉੱਤੇ। ਦੂਜੇ ਪਾਸੇ ਭਾਜਪਾ ਦੇ ਵਿੱਚ ਵੀ ਕੁਝ ਆਗੂਆਂ ਦੀਆਂ ਜ਼ਮੀਰਾਂ ਜਾਗ ਰਹੀਆਂ ਆ, ਜਿੰਨਾ ਜਿਹੜਾ ਪ੍ਰੈਸ਼ਰ ਪੈ ਰਿਹਾ ਆ। ਹਾਲਾਂਕਿ ਜਿਹੜੇ ਵੱਡੇ ਆਗੂ ਹੁੰਦੇ ਨੇ ਹਰਜੀਤ ਗਰੇਵਾਲ ਵਰਗੇ ਜਾਂ ਹੋਰ ਤੀਕਸ਼ਣ ਸੂਦ ਵਰਗੇ, ਉਹਨਾਂ ਦੇ ਉੱਤੇ ਤਾਂ ਕੋਈ ਪਰਵਾਹ ਜਿਹੜੀ ਆ ਨਹੀਂ ਹੈਗੀ। ਚਾਹੇ ਹੋਰ ਭਾਜਪਾ ਦੇ ਪੰਜਾਬ ਤੋਂ ਬਾਹਰ ਵਾਲੇ ਆਗੂ ਆ, ਚਾਹੇ ਆਪਾਂ ਦੁਸ਼ਯੰਤ ਚੌਟਾਲਾ ਦੀ ਗੱਲ ਕਰ ਲਈਏ ਕਿ ਕਿਸਾਨਾਂ ਦੀਆਂ ਵੋਟਾਂ ਲੈ ਕੇ ਹੱਲੇ ਵੀ ਉਹ ਭਾਜਪਾ ਦਾ ਸਾਥ ਨਹੀਂ ਛੱਡ ਰਹੇ, ਵਰਨਾ ਉਹ ਸਰਕਾਰ ਸੱਟ ਕੇ ਵੱਡਾ ਝਟਕਾ ਜਿਹੜਾ ਦੇ ਸਕਦੇ ਸੀਗੇ। ਪਰ ਫਿਰ ਵੀ ਜਿਹੜੇ ਭਾਜਪਾ ਦੇ ਕੁਝ ਛੋਟੇ ਲੈਵਲ ਦੇ ਲੀਡਰ ਆ, ਉਹਨਾਂ ਨੂੰ ਸ਼ਰਮ ਬੜੀ ਮਹਿਸੂਸ ਹੋ ਰਹੀ ਆ, ਜ਼ਮੀਰ ਹੌਲੀ ਹੌਲੀ ਜਾਗ ਰਹੀ ਆ। ਕੁਝ ਅਜਿਹੇ ਹੀ ਭਾਜਪਾ ਆਗੂਆਂ ਨੇ ਜਿਹੜੇ ਆ ਉਹ ਭਾਜਪਾ ਨੂੰ ਤਲਾਂਜਲੀ ਦਿੱਤੀ ਆ। ਤਲਾਂਜਲੀ ਦਿੰਦਿਆਂ ਇਹਨਾਂ ਨੇ ਕੀ ਕਿਹਾ, ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ ਦਿਖਾਉਂਦੇ ਹਾਂ। हम सदस्यता छोड़ने आए हैं, हम सारे साथी कार्यकर्ता सभी लोग सदस्यता छोड़ रहे हैं और बीजेपी को बाय बाय कह रहे हैं, किसानों का समर्थन दे रहे हैं और किसानों के साथ धरने पे बैठ रहे हैं। झूठों को तो तुम जो है ना पैसे देकर लाते हो, इसलिए हमारा ये भ्रम टूट गया और इसलिए आज हमने सबने मिलकर ये सदस्यता बीजेपी की छोड़ दी है। इसलिए बीजेपी का नाम अब हम सुनना नहीं चाहते और आपसे भी निवेदन है कि बीजेपी के बारे में अब हमसे कोई बात ना करें। जिस दिन खेती करना छोड़ दूंगा देश भूखा मर जाएगा। असली देश भगत किसान है, नरेंद्र मोदी नहीं। ਇਸ ਦੇ ਨਾਲ ਹੀ ਤੁਹਾਨੂੰ ਦਿੱਲੀ ਕਿਸਾਨ ਮੋਰਚੇ ਤੇ ਲੈ ਕੇ ਚੱਲਦੇ ਹਾਂ। ਕਿਸਾਨ ਮੋਰਚੇ ਦੇ ਉੱਤੇ ਜਿੱਥੇ 26 ਜਨਵਰੀ ਦੀ ਰਿਪਬਲਿਕ ਡੇ ਪਰੇਡ ਦੇ ਬਰਾਬਰ ਇੱਕ ਪਰੇਡ ਕੱਢਣ ਦੀ ਜਿਹੜੀ ਤਿਆਰੀ ਆ ਉਹ ਚੱਲ ਰਹੀ ਆ, ਉਸ ਤੋਂ ਪਹਿਲਾਂ 10 ਜਨਵਰੀ ਨੂੰ ਇੱਕ ਮੀਟਿੰਗ ਜਿਹੜੀ ਆ ਹੋ ਸਕਦੀ ਹੈ ਜਾਂ 8 ਜਨਵਰੀ ਨੂੰ ਹੋ ਸਕਦੀ ਆ। ਉਹਦੇ ਸੰਬੰਧੀ ਜਿਹੜੀ ਆ ਪ੍ਰੈਸ਼ਰ ਬਿਲਡ ਕਰਨ ਦੇ ਵਾਸਤੇ ਇੱਕ ਟਰੈਕਟਰ ਰੈਲੀ ਜਿਹੜੀ ਆ ਉਹ ਲਿਖੀ ਗਈ ਆ। ਇਹ ਟਰੈਕਟਰ ਰੈਲੀ ਜਿਹੜਾ 7 ਵਾਲਾ ਮਾਰਚ ਇਹਨੂੰ ਕਿਹਾ ਜਾ ਰਿਹਾ, ਉਹ ਸਵੇਰੇ 11 ਵਜੇ ਪੰਜਾਬ ਦੇ ਸਮੇਂ ਦੇ ਹਿਸਾਬ ਦੇ ਨਾਲ ਤੁਰਨੀ ਹੈ ਜੀ। ਨਾਰਥ ਅਮਰੀਕਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੈਨਕੂਵਰ ਸਮੇਂ ਦੇ ਹਿਸਾਬ ਦੇ ਨਾਲ ਜਾਂ ਕੈਲੀਫੋਰਨੀਆ ਸਿਆਟਲ ਸਮੇਂ ਦੇ ਹਿਸਾਬ ਦੇ ਨਾਲ, ਤਾਂ ਉਹ ਅੱਜ ਰਾਤ ਜਾਣੀ ਕਿ 9:30 ਵਜੇ ਦੇ ਕਰੀਬ ਬੁੱਧਵਾਰ ਨੂੰ 6 ਜਨਵਰੀ ਦੀ ਰਾਤ ਨੂੰ ਇਹ ਰੈਲੀ ਜਿਹੜੀ ਆ ਉਹ ਤੁਰਨੀ ਆ। ਅਤੇ ਇਹ ਰੈਲੀ ਜਿਹੜਾ ਲੀਕੀ ਹਿਸਾਬ ਦੇ ਨਾਲ ਗਈ ਆ ਕਿ ਜਿਹੜੇ ਸਿੰਘੂ ਬਾਰਡਰ ਦੇ ਉੱਤੇ ਬੈਠੇ ਕਿਸਾਨ ਆ ਉਹ ਆਪਣੇ ਟਰੈਕਟਰ ਜਿਹੜੇ ਲੈ ਕੇ ਉਹ ਟਿਕਰੀ ਬਾਰਡਰ ਵੱਲ ਨੂੰ ਜਾਣਗੇ। ਅਤੇ ਇਸੇ ਤਰ੍ਹਾਂ ਟਿਕਰੀ ਬਾਰਡਰ ਦੇ ਉੱਤੇ ਜਿਹੜੇ ਬੈਠੇ ਕਿਸਾਨ ਆ ਉਹ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਸਿੰਘੂ ਬਾਰਡਰ ਵੱਲ ਨੂੰ ਆਉਣਗੇ, ਜਿੱਥੇ ਆ ਕੇ ਰਾਹ ਦੇ ਵਿੱਚ ਮਿਲਾਪ ਹੁੰਦਾ ਆ, ਉੱਥੋਂ ਫਿਰ ਵਾਪਸ ਆਪੋ ਆਪਣੇ ਟਿਕਾਣੇ 'ਤੇ ਮੁੜਿਆ ਜਾਊਗਾ। ਹੁਣ ਇਹ ਟਰੈਕਟਰ ਰੈਲੀ ਜਿਹੜੀ ਸਰਕਾਰ ਕੱਢਣ ਦਿੰਦੀ ਆ,
ਜਾਂ ਇਹਨੂੰ ਰੋਕਾਂ ਲਾਈਆਂ ਜਾਂਦੀਆਂ, ਇਹ ਵੀ ਇੱਕ ਵੱਡਾ ਸਵਾਲ ਹੈਗਾ ਆ। ਪਰ ਇਸ ਦੇ ਨਾਲ ਹੀ ਜਿਹੜਾ ਆ ਦੂਜਾ ਬਾਰਡਰ ਪਲਵਲ ਤੇ ਗਾਜ਼ੀਪੁਰ, ਉੱਥੇ ਵੀ ਸਿਮੀਲਰ ਪ੍ਰੋਗਰਾਮ ਜਿਹੜਾ ਆ ਉਹ ਲਿਖਿਆ ਗਿਆ ਆ ਕਿ ਜਿਹੜੇ ਪਲਵਲ ਵਾਲੇ ਕਿਸਾਨ ਬੈਠੇ ਆ ਉਹਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਗਾਜ਼ੀਪੁਰ ਵੱਲ ਨੂੰ ਜਾਣਾ, ਤੇ ਗਾਜ਼ੀਪੁਰ ਵਾਲੇ ਜਿਹੜੇ ਬੈਠੇ ਉਹਨਾਂ ਨੇ ਪਲਵਲ ਵੱਲ ਨੂੰ ਆਉਣਾ, ਤੇ ਵਾਪਸ ਵਿੱਚ ਜਿਹੜੀ ਜਦੋਂ ਜਿੱਥੇ ਟੱਕਰੇ ਹੋ ਜਾਂਦੇ ਆ ਉੱਥੋਂ ਰਿੰਗ ਰੋਡ ਤੋਂ ਵਾਪਸ ਜਿਹੜਾ ਉਹਨਾਂ ਨੇ ਮੁੜਨਾ ਆ। ਕਿਸਾਨ ਆਗੂ ਇਹ ਕਹਿ ਰਿਹਾ ਕਿ ਜਿਹੜੇ ਇਹ 7 ਜਨਵਰੀ ਵਾਲਾ ਜਿਹੜਾ ਪ੍ਰੋਗਰਾਮ ਆ ਟਰੈਕਟਰ ਮਾਰਚ ਆ, ਇਹ 26 ਜਨਵਰੀ ਦਾ ਟ੍ਰੇਲਰ ਹੋਊਗਾ। ਸੋ ਅਸੀਂ ਦੱਸਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਅਸੀਂ ਕਿੱਡੀ ਵੱਡੀ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੁੰਦੇ ਹਾਂ। ਅਤੇ ਇਸ ਦੇ ਨਾਲ ਹੀ ਪੰਜਾਬ ਤੋਂ, ਹਰਿਆਣਾ ਤੋਂ, ਰਾਜਸਥਾਨ ਤੋਂ ਹੋਰ ਟਰੈਕਟਰ ਜਿਹੜੇ ਮੰਗਾਏ ਗਏ ਆ ਤਾਂ ਕਿ ਜਿਹੜੇ ਮੋਰਚੇ ਵਾਲੇ ਟਰੈਕਟਰ ਉਹਨਾਂ ਨੂੰ ਵਿੱਚੋਂ ਨਾ ਕੱਢਣਾ ਪਵੇ ਅਤੇ ਅੱਡ ਅੱਡ ਜਿਹੜੀ ਰੈਲੀ ਉਹ ਹੋ ਜਾਵੇ। ਮੀਂਹ ਬਹੁਤ ਪਿਆ ਉੱਥੇ ਕਿਸਾਨ ਮੋਰਚੇ ਦੇ ਵਿੱਚ, ਠੰਡ ਪਹਿਲਾਂ ਹੀ ਬਹੁਤ ਆ, ਧੁੰਦ ਬਹੁਤ ਪੈਂਦੀ ਸੀਗੀ। ਉਹ ਜਿਹੜੇ 4-5 ਦਿਨ ਸੀਗੇ ਬੜੇ ਔਖੇ ਕੱਢੇ ਆ, ਬਾਲਣ ਭਿੱਜ ਗਿਆ, ਕੱਪੜੇ ਭਿੱਜ ਗਏ। ਪਰ ਉਸ ਦੇ ਨਾਲ ਕੀ ਹੋਇਆ ਕਿ ਪੰਜਾਬ ਹਰਿਆਣੇ ਤੋਂ ਮਗਰੇ ਬਾਲਣ ਹੋਰ ਚਲੇ ਗਿਆ ਅਤੇ ਨਾਲ ਹੀ ਕੱਪੜੇ ਜਿਹੜੇ ਆ ਉਹ ਚਲੇ ਗਏ ਆ। ਜਿਹੜਾ ਕਿਸਾਨ ਮੋਰਚੇ ਦੀ ਸਟੇਜ ਆ, ਸ਼ਾਇਦ ਲੀਡਰਾਂ ਨੇ ਸੋਚਿਆ ਨਹੀਂ ਸੀਗਾ ਕਿ ਇਹਦੇ ਉੱਪਰ ਵੀ ਕੋਈ ਤੰਬੂ ਵਗੈਰਾ ਹੋਣਾ ਚਾਹੀਦਾ, ਉਹ ਤੰਬੂ ਜਿਹੜੇ ਆ ਹੁਣ ਲੱਗ ਗਏ ਆ। ਅਤੇ ਇਸ ਦੇ ਨਾਲ ਹੀ ਜਦੋਂ ਮੀਂਹ ਪੈ ਗਿਆ ਤਾਂ ਜਿਹੜੀ ਠੰਡ ਆ ਉਹ ਘੱਟ ਗਈ ਆ, ਧੁੰਦ ਜਿਹੜੀ ਆ ਉਹ ਚੱਕੀ ਗਈ ਆ, ਮੌਸਮ ਨਿਖਰ ਗਿਆ ਆ। ਅਤੇ ਲੋਹੜੀ ਜਿਹੜੀ ਆ ਉਹ ਵੀ ਹਫ਼ਤੇ ਤੱਕ ਆ ਜਾਣੀ ਆ। ਲੋਹੜੀ ਤੋਂ ਬਾਅਦ ਵੈਸੇ ਦਿਨ ਜਿਹੜੇ ਕਾਫੀ ਫਰਕ ਪੈ ਜਾਂਦਾ, ਵੱਡੇ ਵੀ ਹੋ ਜਾਂਦੇ ਆ, ਠੰਡ ਵੀ ਘੱਟ ਜਾਂਦੀ ਆ। ਕਿਸਾਨ ਜਿਹੜੇ ਆ ਪੂਰੀ ਚੜ੍ਹਦੀ ਕਲਾ ਦੇ ਵਿੱਚ। ਜਿਹੜੀ ਇੱਕ ਗੱਲ ਉੱਥੇ ਇਹ ਹੋ ਰਹੀ ਆ ਕਿ ਇੱਕ ਕਸ਼ਮਕਸ਼ ਜਿਹੀ ਚੱਲ ਰਹੀ ਆ, ਜਿਹੜੀਆਂ ਪੰਜਾਬ ਪੱਖੀ ਤਰ੍ਹਾਂ ਪੰਜਾਬ ਪ੍ਰਸਤ ਆ, ਰਵੀ ਜਿਹੜੇ ਆਪਣੇ ਦੀਪ ਸਿੱਧੂ ਹੋਣੀ ਆ, ਲੱਖਾ ਸਿਧਾਣਾ ਆ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜਾਂ ਹੋਰ ਨੌਜਵਾਨ ਆ, ਉਹਨਾਂ ਨੂੰ ਜਿਸ ਹਿਸਾਬ ਦੇ ਨਾਲ ਨੁਮਾਇੰਦਗੀ ਨਹੀਂ ਮਿਲ ਰਹੀ, ਉਹ ਇਹ ਵਾਰ-ਵਾਰ ਕਹਿ ਰਿਹਾ ਕਿ ਸਾਨੂੰ ਸਟੇਜ 'ਤੇ ਬੋਲਣ ਲਈ ਸਮਾਂ ਨਹੀਂ ਚਾਹੀਦਾ, ਸਾਡੀ ਸੁਣ ਲਵੋ, ਮੀਟਿੰਗਾਂ ਦੇ ਵਿੱਚ ਸਾਡੇ ਕੋਲ ਸ਼ਮੂਲੀਅਤ ਕਰਵਾਓ ਤਾਂ ਕਿ ਆਪਾਂ ਰਲ ਕੇ ਕੁਛ ਕਰ ਸਕੀਏ। ਦੂਜੇ ਪਾਸੇ ਜਿਹੜੇ ਕਿਸਾਨ ਆਗੂ ਨੇ ਉਹ ਲਗਾਤਾਰ ਜਿਹੜਾ ਨਕਾਰ ਰਹੇ ਉਹਨਾਂ ਨੂੰ। ਅੱਜ ਵੀ ਜਿੰਨੀਆਂ ਇੰਟਰਵਿਊਜ਼ ਕਿਸਾਨ ਆਗੂ ਦੀਆਂ ਸੁਣਨ ਨੂੰ ਮਿਲੀਆਂ ਉਹ ਇਹੀ ਸੀਗੀਆਂ ਕਿ ਨਹੀਂ, ਅਸੀਂ ਉਹਨਾਂ ਨੂੰ ਵਿੱਚ ਨਹੀਂ ਬਾੜਨਾ ਚਾਹੁੰਦੇ, ਇਹ ਭਾਜਪਾ ਦੇ ਬੰਦੇ ਆ ਅਤੇ ਇਹ ਖਰਾਬ ਕਰ ਦੇਣਗੇ ਮੋਰਚਾ। ਸੋ ਕਿਤੇ ਨਾ ਕਿਤੇ ਇਹ ਕਸ਼ਮਕਸ਼ ਜਿਹੜੀ ਬਣੀ ਹੈ, ਇੱਕ ਪ੍ਰੈਸ਼ਰ ਦੂਜੇ ਪਾਸੋਂ ਬਹੁਤ ਬਿਲਟ ਹੋ ਰਿਹਾ ਨੌਜਵਾਨੀ ਵੱਲੋਂ ਕਿ ਜੇ ਤੁਸੀਂ ਸਾਨੂੰ ਬੋਲਣ ਨਹੀਂ ਦੇਣਾ ਜਾਂ ਕਰ ਨਹੀਂ ਦੇਣਾ, ਕਿਉਂਕਿ ਆਪਣੇ ਪੱਧਰ 'ਤੇ ਨਾ ਕੋਈ ਨੌਜਵਾਨੀ ਐਕਸ਼ਨ ਜਿਹੜਾ ਕਰ ਲਵੇ। ਸੋ ਇਹ ਵੀ ਕਿਤੇ ਨਾ ਕਿਤੇ ਲੱਗਣ ਲੱਗ ਪੈਂਦਾ ਕਿ ਕਿਤੇ ਕੁਝ ਕਿਸਾਨ ਆਗੂਆਂ ਦੇ ਵਿੱਚ ਜਿਹੜੇ ਬੈਠੇ ਸ਼ਰਾਰਤੀ ਅਨਸਰ ਇਹੀ ਤਾਂ ਨਹੀਂ ਚਾਹੁੰਦੇ ਕਿ ਪ੍ਰਵੋ ਕੇ ਨੌਜਵਾਨਾਂ ਨੂੰ ਇੰਨਾ ਕਰ ਦਿਓ ਕਿ ਉਸ ਤੋਂ ਬਾਅਦ ਦੇ ਵਿੱਚ ਮੋਰਚਾ ਦਫਾੜ ਹੋ ਜਾਵੇ, ਅਤੇ ਜਿਹੜੇ ਮੋਰਚਾ ਦਫਾੜ ਕਰਨ ਦੀ ਜਿਹੜੀ ਗੱਲ ਆ ਉਹ ਸਾਰਾ ਨਜ਼ਲਾ ਨੌਜਵਾਨਾਂ ਦੇ ਝੜਕੇ ਦਾ ਆਪ ਮੋਰਚਾ ਫੇਲ ਕਰਕੇ ਘਰੇ ਬਹਿ ਜਾਈਏ। ਸੋ ਬਹੁਤ ਹਿਸਾਬ ਦੀਆਂ ਗੱਲਾਂ ਚੱਲ ਰਹੀਆਂ। ਦੂਜੇ ਪਾਸੇ ਨੌਜਵਾਨਾਂ ਨੂੰ ਵੀ ਸਿੱਖਿਆ ਦਿੱਤੀ ਜਾ ਰਹੀ ਆ ਕਿ ਡਜ਼ਨ ਮੈਟਰ ਤੁਹਾਨੂੰ ਬੁਲਾਉਂਦੇ ਆ ਨਹੀਂ ਬੁਲਾਉਂਦੇ, ਜਾਂ ਤੁਹਾਡੀ ਜਿਹੜੀ ਹੈ ਸੁਣਦੇ ਆ ਨਹੀਂ ਸੁਣਦੇ, ਪਰ ਜ਼ਾਬਤਾ ਬਣਾ ਕੇ ਰੱਖੋ। ਇਹੋ ਜਿਹੇ ਮੋਰਚੇ ਜਿਹੜੇ ਵਾਰ-ਵਾਰ ਨਹੀਂ ਲੱਗਦੇ, ਠੀਕ ਹੈ ਤੁਹਾਨੂੰ ਖੂੰਜੇ ਲਾਇਆ ਜਾ ਰਿਹਾ, ਸਾਈਡਲਾਈਨ ਕੀਤਾ ਜਾ ਰਿਹਾ, ਪਰ ਇਹ ਗੱਲ ਨੂੰ ਲੈ ਕੇ ਪ੍ਰੋਵੋਕ ਨਾ ਹੋਵੋ, ਠੰਡ ਰੱਖੋ। ਮੋਰਚਾ ਜਿਹੜਾ ਮਸੀਂ ਲੱਗਾ ਇਹਨੂੰ ਸਫਲਤਾ ਦੇ ਵੱਲ ਲੈ ਕੇ ਜਾਣਾ ਪੈਣਾ ਆ। ਇੱਕ ਦੂਜੇ ਦੇ ਉੱਤੇ ਜਿਹੜੇ ਇਹ ਵਹਿਮ ਪੈਦਾ ਹੋ ਗਏ ਆ ਜਾਂ ਕੋਈ ਸ਼ੱਕ ਪੈਦਾ ਹੋ ਗਏ ਆ, ਇੱਕ ਦੂਜੇ ਦੇ ਦੋਸ਼ ਲਾਏ ਜਾ ਰਹੇ ਆ। ਉਹ ਕਹਿੰਦੇ ਵੀ ਜਿਹੜੇ ਆ ਕਿਸਾਨ ਆਗੂ ਇਹਨਾਂ ਦੇ ਵਿੱਚੋਂ ਕੁਛ ਬੰਦੇ ਭਾਜਪਾ ਨਾਲ ਮਿਲੇ ਹੋਏ ਆ। ਇਹ ਜਿਹੜਾ ਪੀਯੂਸ਼ ਗੋਇਲ ਰੇਲਵੇ ਮੰਤਰੀ ਆ, ਇਹ ਸ਼ਰੇਆਮ ਧਮਕੀ ਦੇ ਕੇ ਗਏ ਵੀ ਜਿੱਦਣ ਦੀ ਕਿ ਤੁਹਾਡੀਆਂ ਫਾਈਲਾਂ ਸਾਡੇ ਕੋਲ ਪਈਆਂ ਉਦਣ ਦੀ ਇਹ ਗੱਲ ਢਿੱਲੀ ਕਰਨ ਲੱਗ ਪਏ ਆ। ਅਤੇ ਕਿਸਾਨ ਆਗੂ ਕਹੀ ਜਾਂਦੇ ਵੀ ਸਾਨੂੰ ਨੌਜਵਾਨਾਂ ਵਿੱਚੋਂ ਕੋਈ 'ਤੇ ਯਕੀਨ ਨਹੀਂ ਹੈਗਾ। ਸੋ ਇਹ ਜਿਹੜੀ ਇਹ ਕਸ਼ਮਕਸ਼ ਚੱਲ ਰਹੀ ਆ ਆਪਸ ਵਿੱਚ ਨੂੰ ਰੋਕਣ ਦਾ ਵੇਲਾ ਆ। ਚੰਗਾ ਇਹੀ ਆ ਕਿ ਜਿਵੇਂ ਪੰਜਾਬ ਤੋਂ ਇਕੱਠੇ ਹੋ ਕੇ ਤੁਰੇ ਸੀਗੇ, ਅੱਡ ਅੱਡ ਝੰਡਿਆਂ ਦੇ ਹੇਠ, ਅੱਡ ਅੱਡ ਸੋਚਾਂ ਵਿਚਾਰਧਾਰਾਵਾਂ ਦੇ ਅਧੀਨ, ਉਵੇਂ ਇਕੱਠੇ ਹੋ ਕੇ ਤੁਰੀਏ। ਮੋਰਚੇ ਨੂੰ ਸਫਲਤਾ ਜਿਹੜੀ ਆ ਤਾਂ ਹੀ ਮਿਲਣੀ ਹੈਗੀ ਆ। ਬਾਕੀ ਜਿਹੜਾ ਅੱਜ ਦਾ ਮਾਰਚ ਹੈਗਾ ਰਾਤ ਦਾ, ਉੱਥੇ ਸਵੇਰ ਹੋਣੀ ਆ, ਉਹਦੇ ਵਾਸਤੇ ਅਰਦਾਸ ਵੀ ਆ, ਸ਼ੁਭ ਕਾਮਨਾ ਵੀ ਆ ਕਿ ਸਫਲ ਹੋਣ, ਪੁਲਿਸ ਦੇ ਜ਼ਬਰ ਤੋਂ ਬਚਾਅ ਹੋਵੇ ਅਤੇ ਸਾਰੇ ਜਿਹੜੇ ਸੁੱਖੀ ਸਾਂਦੀ ਰਹਿਣ। ਇੱਥੇ ਪ੍ਰੋਗਰਾਮ ਸਮਾਪਤ ਕਰਨ ਦੀ ਆਗਿਆ ਦਿਓ। ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।